ਇਹ ਸਾਰੇ ਸ਼ੱਕਾਂ ਅਤੇ ਇਲਜ਼ਾਮਾਂ ਤੋਂ ਬਾਅਦ ਅਗਰ ਉਸ ਨੂੰ ਫਿਰ ਵੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਹੀ ਕਹਿਤਾ ਸੀ ਕਿ ਮੈਂ ਭੁੱਖ ਹੜਤਾਲ ਕਰਾਂਗਾ ਔਰ ਨਵਜੋਤ ਸਿੰਘ ਸਿੱਧੂ ਨੇ ਜੋ ਕਿਹਾ ਸੀ ਉਹ ਕਰ ਵਿਖਾਇਆ कि जब तक उसके ऊपर कार्रवाई नहीं होती, वो इन्वेस्टिगेशन ज्वाइन नहीं करता, मैं यहाँ अनशन पे बैठा। ਇਹ ਵੀ ਹੋ ਸਕਦਾ ਹੈ ਕਿ ਸਾਨੂੰ ਰਾਹੁਲ ਗਾਂਧੀ ਤੇ ਵਰੁਣ ਗਾਂਧੀ ਦੀ ਜੱਫੀ ਨਜ਼ਰ ਆਵੇ ਆਉਂਦੇ ਦਿਨਾਂ ਦੇ ਵਿੱਚ। ਫਿਰ ਉਸ ਜੱਫੀ ਦਾ ਵੀ ਬਹੁਤ ਨੁਕਸਾਨ ਲੱਗਣਾ ਬੀਜੇਪੀ ਨੂੰ। ਪਰ ਹੁਣ ਦੇਖੋ ਵਰੁਣ ਗਾਂਧੀ ਗੱਲ ਤਾਂ ਸੱਚੀ ਕਰ ਰਿਹਾ ਵੀ ਸਾਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਵਰੁਣ ਗਾਂਧੀ ਨੇ ਗੱਲ ਤਾਂ ਗਲਤ ਕੀਤੀ ਨਹੀਂ, ਪਰ ਕਿਉਂਕਿ ਬੀਜੇਪੀ ਦੇ ਲੀਡਰ ਕਿਸਾਨ ਅੰਦੋਲਨ ਨੂੰ ਮਾਨਤਾ ਨਹੀਂ ਦਿੰਦੇ, ਵਰੁਣ ਗਾਂਧੀ ਕਿਸਾਨ ਅੰਦੋਲਨ ਨੂੰ ਮਾਨਤਾ ਦੇ ਰਿਹਾ। ਬਸ ਆਹੀ ਫਰਕ ਹੈ ਜਿਹਦੇ ਕਰਕੇ ਨਾ ਸਿਰਫ ਵਰੁਣ ਗਾਂਧੀ ਬਲਕਿ ਮੇਨਕਾ ਗਾਂਧੀ ਨੂੰ ਵੀ ਕੌਮੀ ਕਾਰਜਕਾਰਨੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਬੀਜੇਪੀ ਦੀ। ਨਵਜੋਤ ਸਿੰਘ ਸਿੱਧੂ ਉਹ ਕਿਰਦਾਰ ਹੈ ਮੌਰਿਆ ਸਾਹਿਬ ਜਿਹੜਾ ਕਿ ਮੁੱਦਿਆਂ ਨਾਲ ਸਮਝੌਤਾ ਨਹੀਂ ਕਰ ਸਕਦਾ। ਉਹਦੇ ਲਈ ਨਵਜੋਤ ਸਿੰਘ ਸਿੱਧੂ ਨੂੰ ਕੁਝ ਵੀ ਛੱਡਣਾ ਪੈ ਜਾਏ। FIR में उसका पूरा सुरलेख है, तो फिर गिरफ्तारी इसलिए नहीं हो रही कि मंत्री जी के बेटे हैं। ਸਾਰੇ ਹੀ ਦਰਸ਼ਕਾਂ ਦਾ ਖਬਰ ਪੜਤਾਲ ਵਿੱਚ ਤੁਹਾਡਾ ਸਵਾਗਤ ਹੈ। ਗੱਲ ਕਰਾਂਗੇ ਅੱਜ ਯੂਪੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਲਖੀਮਪੁਰ ਮਾਮਲੇ ਦੇ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਔਰ ਉਸ ਤੋਂ ਇਲਾਵਾ ਅਕਾਲੀ ਦਲ ਦਾ ਇੱਕ ਪ੍ਰਤੀਨਿਧੀ ਮੰਡਲ ਵੀ ਉੱਥੇ ਪਹੁੰਚਿਆ ਔਰ ਉਹਨੇ ਹਾਲਾਤਾਂ ਦਾ ਜਾਇਜ਼ਾ ਲਿੱਤਾ ਤੇ ਮ੍ਰਿਤਕ ਪਰਿਵਾਰਾਂ ਦੇ ਨਾਲ ਗੱਲਬਾਤ ਵੀ ਕੀਤੀ। ਔਰ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਸਭ ਤੋਂ ਵੱਡੀ ਖਬਰ ਦੀ ਕਿ ਵਰੁਣ ਗਾਂਧੀ ਔਰ ਮੇਨਕਾ ਗਾਂਧੀ ਨੂੰ ਬੀਜੇਪੀ ਨੇ ਆਪਣੀ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਇਹਨਾਂ ਦੇ ਸਾਰੇ ਖਬਰਾਂ ਦੇ ਕੀ ਮਸਲੇ ਨੇ, ਕੀ ਵਿਚਾਰ ਨੇ ਔਰ ਇਹਨਾਂ ਤੇ ਸਾਰਿਆਂ ਤੇ ਗੱਲ ਕਰਾਂਗੇ। ਸੁਰਿੰਦਰ ਡੱਲਾ ਜੀ ਸਾਡੇ ਸੀਨੀਅਰ ਪੱਤਰਕਾਰ। ਡੱਲਾ ਸਾਹਿਬ ਤੁਹਾਡਾ ਪਹਿਲਾਂ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਮੌਰਿਆ ਸਾਹਿਬ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ। ਡੱਲਾ ਸਾਹਿਬ ਯੂਪੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਪਹੁੰਚ ਗਏ ਔਰ ਉਹਨਾਂ ਨੇ ਇੱਕ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ। ਇਹਦਾ ਤੁਸੀਂ ਰਾਜਨੀਤੀ ਵਿੱਚ ਕੀ ਮਾਇਨੇ ਸਮਝਦੇ ਹੋ ਔਰ ਇਹਦਾ ਸਾਰਾ ਇੱਕ ਵਿਸ਼ਲੇਸ਼ਣ ਤੁਸੀਂ ਦੱਸੋ ਸਾਡੇ ਦਰਸ਼ਕਾਂ ਨੂੰ। ਦੇਖੋ ਮੇਰਾ ਹੀ ਮੰਨਣਾ ਹੈ ਮੌਰਿਆ ਸਾਹਿਬ, ਬੜਾ ਅਹਿਮ ਸਵਾਲ ਤੁਸੀਂ ਕੀਤਾ ਹੈ। ਨਵਜੋਤ ਸਿੰਘ ਸਿੱਧੂ ਦੇ ਜਿਹੜਾ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਨੇ, ਇਹਦਾ ਸਿੱਧਾ ਅਸਰ ਤਾਂ ਕਿਸਾਨੀ ਅੰਦੋਲਨ ਦੇ ਇਨਸਾਫ ਨਾਲ ਜੁੜਿਆ। ਨਵਜੋਤ ਸਿੰਘ ਸਿੱਧੂ ਨੇ ਪੰਜਾਬ 'ਚ ਹੀ ਐਲਾਨ ਕਰਤਾ ਸੀ ਕਿ ਅਗਰ ਨਾ ਗ੍ਰਿਫਤਾਰ ਕੀਤਾ ਗਿਆ ਮੰਤਰੀ ਦਾ ਪੁੱਤ ਜਿਹਦੇ ਬਾਰੇ ਵੱਡੇ ਸ਼ੱਕ ਨੇ ਕਿ ਉਹ ਸ਼ਾਮਲ ਸੀ, ਜਿਹਦੇ ਬਾਰੇ ਵੱਡੇ ਸ਼ੱਕ ਨੇ ਕਿ ਕਿਤੇ ਨਾ ਕਿਤੇ ਉਹ ਕੌਨਸਪੀਰੈਂਸੀ ਇਸ ਪੂਰੀ ਸਾਜ਼ਿਸ਼ ਦਾ ਹਿੱਸਾ ਸੀ, ਜਿਹਦੇ ਬਾਰੇ ਸ਼ੱਕ ਨੇ ਕਿ ਉਹਦੇ ਸਾਥੀ ਵੀ ਇਸ ਕਾਰ 'ਚ ਸਵਾਰ ਸੀ, ਇਹ ਸਾਰੇ ਸ਼ੱਕਾਂ ਅਤੇ ਇਲਜ਼ਾਮਾਂ ਤੋਂ ਬਾਅਦ ਅਗਰ ਉਸ ਨੂੰ ਫਿਰ ਵੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਹੀ ਕਹਿਤਾ ਸੀ ਕਿ ਮੈਂ ਭੁੱਖ ਹੜਤਾਲ ਕਰਾਂਗਾ ਔਰ ਨਵਜੋਤ ਸਿੰਘ ਸਿੱਧੂ ਨੇ ਜੋ ਕਿਹਾ ਸੀ ਉਹ ਕਰ ਵਿਖਾਇਆ। ਨਵਜੋਤ ਸਿੰਘ ਸਿੱਧੂ ਕੱਲ੍ਹ 36 ਘੰਟਿਆਂ ਦਾ ਸਫ਼ਰ ਤੈਅ ਕਰਕੇ ਉੱਥੇ ਪਹੁੰਚੇ ਸੀ। ਦੇਖੋ ਨਵਜੋਤ ਸਿੰਘ ਸਿੱਧੂ ਨੂੰ 36 ਘੰਟੇ ਲੱਗੇ ਉੱਥੇ ਪਹੁੰਚਣ ਨੂੰ। ਕਿਉਂ? ਕਿਉਂਕਿ ਕਈ ਥਾਈਂ ਉਹਨਾਂ ਨੂੰ ਰੋਕਿਆ ਗਿਆ। ਸਹਾਰਨਪੁਰ 5-6 ਘੰਟੇ ਉਹਨਾਂ ਦੇ ਖਰਾਬ ਕਰਾਏ ਗਏ ਔਰ ਕਈ ਥਾਈਂ ਉਹਨਾਂ ਨੂੰ ਰੁਕਾਵਟਾਂ ਪਾਈਆਂ ਗਈਆਂ। ਪਰ 36 ਘੰਟੇ ਬਾਅਦ ਜਦੋਂ ਲਖੀਮਪੁਰ ਪਹੁੰਚੇ ਉਸ ਤੋਂ ਬਾਅਦ ਉਹ ਪੀੜਤ ਪਰਿਵਾਰਾਂ ਨੂੰ ਮਿਲੇ ਔਰ ਪੀੜਤ ਪਰਿਵਾਰਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਇੱਕ ਆਸ ਦੀ ਕਿਰਨ ਤਾਂ ਬੱਝੀ ਹੈ ਕਿ ਪ੍ਰਿੰਕਾ ਗਾਂਧੀ ਆਏ, ਰਾਹੁਲ ਗਾਂਧੀ ਆਏ, ਆਮ ਆਦਮੀ ਪਾਰਟੀ ਦੇ ਲੀਡਰ ਆਏ, ਅਕਾਲੀ ਦਲ ਦੇ ਲੀਡਰ ਆਏ ਔਰ ਹੁਣ ਨਵਜੋਤ ਸਿੰਘ ਸਿੱਧੂ ਪਹੁੰਚੇ। ਨਵਜੋਤ ਸਿੰਘ ਸਿੱਧੂ ਇੱਕ ਅਜਿਹੇ ਸਿਆਸਤਦਾਨ ਨੇ ਜਿਹੜੇ ਕਿ ਦਿਖਾਵੇ ਦਾ ਅੰਦੋਲਨ ਨਹੀਂ ਕਰਦੇ। ਦਿਖਾਵੇ ਦੀ ਸਿਆਸਤ ਨਵਜੋਤ ਸਿੰਘ ਸਿੱਧੂ ਨਹੀਂ ਕਰਦੇ, ਮੁੱਦਿਆਂ ਦੀ ਸਿਆਸਤ ਨਵਜੋਤ ਸਿੰਘ ਸਿੱਧੂ ਕਰਦੇ ਨੇ। ਔਰ ਉਹਨਾਂ ਨੇ ਜਦੋਂ ਪਰਿਵਾਰਾਂ ਨਾਲ ਮਿਲਣ ਤੋਂ ਬਾਅਦ ਉਸ ਪੱਤਰਕਾਰ ਦੇ ਘਰ ਵੀ ਪਹੁੰਚ ਕੀਤੀ ਜਿਹੜਾ ਇਸ ਦੁਨੀਆ ਤੋਂ ਚਲਿਆ ਗਿਆ ਤੇ ਉਸ ਘਰ ਦੇ ਵਿੱਚ ਹੀ ਉਹਨਾਂ ਨੇ ਫਿਰ ਅਨਸ਼ਨ ਸ਼ੁਰੂ ਕਰਤਾ, ਭੁੱਖ ਹੜਤਾਲ ਸ਼ੁਰੂ ਕਰਤੀ, ਮੌਨ ਵਰਤ ਸ਼ੁਰੂ ਕਰਤਾ। ਨਵਜੋਤ ਸਿੰਘ ਸਿੱਧੂ ਕੱਲ੍ਹ ਦੇ ਕੁਝ ਬੋਲ ਨਹੀਂ ਰਹੇ, ਨਾ ਹੀ ਕੁਝ ਖਾ ਪੀ ਰਹੇ ਨੇ। ਉੱਥੋਂ ਦੇ ਪ੍ਰਸ਼ਾਸਨ ਨੂੰ ਖੂਬ ਚਿੰਤਾਵਾਂ ਪੈ ਗਈਆਂ। ਇਸ ਵਕਤ ਜਦੋਂ ਆਪਣੇ ਮੌਰਿਆ ਸਾਹਿਬ ਅਸੀਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਤੇ ਰਾਤ ਦੇ 12:30 ਵਜੇ ਨੇ। ਅੱਜ 9 ਤਰੀਕ, ਅੱਜ 9 ਤਰੀਕ ਨੂੰ ਸਵੇਰ ਦੇ 12:30 ਕਹਿ ਲਈਏ ਸੀ, ਹਜੇ ਤੱਕ ਨਵਜੋਤ ਸਿੰਘ ਸਿੱਧੂ ਉੱਥੇ ਹੀ ਸੀ, ਉਸੇ ਤਰ੍ਹਾਂ ਭੁੱਖ ਹੜਤਾਲ 'ਤੇ ਸੀ। ਪੁਲਿਸ ਦੇ ਅਫਸਰ ਲਗਾਤਾਰ ਯਤਨਸ਼ੀਲ ਸੀ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਇਸ ਧਰਨੇ ਨੂੰ ਹਟਾ ਦਈਏ, ਕਿਸੇ ਨਾ ਕਿਸੇ ਤਰੀਕੇ ਅਸੀਂ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਮਨਾ ਲਈਏ। ਪਰ ਹਜੇ ਵੀ ਨਵਜੋਤ ਸਿੰਘ ਸਿੱਧੂ ਉਸੇ ਤਰ੍ਹਾਂ ਡਟੇ ਹੋਏ ਸੀ ਔਰ ਹੁਣ
ਦੇਖਣ ਵਾਲੀ ਗੱਲ ਮੌਰਾ ਸਾਹਿਬ ਇੱਥੇ ਇਹ ਰਹੇਗੀ ਕਿ ਇਸ ਅੰਦੋਲਨ ਦੇ ਨਾਲ ਪੁਲਿਸ ਦੇ ਰੁੱਖ 'ਚ ਕੀ ਬਦਲਾਅ ਆਉਂਦਾ ਹੈ, ਕਿ ਪੁਲਿਸ ਇਨਸਾਫ ਦਊਗੀ, ਕਿ ਪੁਲਿਸ ਜਿਹੜੀ ਦਬਾਅ 'ਚ ਕੰਮ ਕਰ ਰਹੀ ਸੀ ਉੱਤਰ ਪ੍ਰਦੇਸ਼ ਦੀ ਸਰਕਾਰ ਦੇ, ਕੀ ਉਹ ਜਿਹੜੀ ਪੁਲਿਸ ਹੈ ਕੀ ਉਹ ਨਿਰਪੱਖ ਹੋ ਕੇ ਕੰਮ ਕਰੂਗੀ। 2 ਨੋਟਿਸ ਜਿਹੜੇ ਨੇ ਕੱਲ੍ਹ ਚਿਪਕਾਏ ਗਏ ਨੇ ਮੰਤਰੀ ਦੇ ਘਰ ਦੇ ਬਾਹਰ। ਉਸ ਤੋਂ ਬਾਅਦ ਕੀ ਮੰਤਰੀ ਦਾ ਪੁੱਤਰ ਅੱਜ ਅਦਾਲਤ ਦੇ ਵਿੱਚ ਪੇਸ਼ ਹੋਏਗਾ, ਸਵਾਲ ਇਹ ਵੀ ਮੌਰਾ ਸਾਹਿਬ ਬਹੁਤ ਵੱਡਾ है। विटनेस कह रहा है कि मैंने देखा, मैंने बाजू पकड़ी। एफआईआर में उसका पूरा सुरलेख है, तो फिर गिरफ्तारी इसलिए नहीं हो रही कि मंत्री जी के बेटे हैं। अगर रखवाला ही जुर्म करने लगे तो किसके दरवाजे पे दस्तक करेगा गरीब आदमी। मैं एक स्वतंत्रता सेनानी का बेटा हूं, इसलिए मैं विनम्रता से ये कहता हूं कि जब तक उसके ऊपर कार्रवाई नहीं होती, वो इन्वेस्टिगेशन ज्वाइन नहीं करता, मैं यहां अनशन पे बैठूं, मैं भूख हड़ताल पे यहां बैठूंगा। कोई परवाह नहीं, कोई परवाह नहीं। ये किसान की इज्जत की रोटी की लड़ाई, गरीब मजलूमों के हकों की लड़ाई, हक सच की लड़ाई, इसमें 1 इंच पीछे नहीं है। ਡੱਲਾ ਸਾਹਿਬ, ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੇ ਇੱਥੇ ਅੰਦੋਲਨ ਛੇੜਿਆ ਉਹਦਾ ਪੂਰਾ ਯੂਪੀ ਦੇ ਵਿੱਚ, ਪੰਜਾਬ ਦੀ ਕਿ ਪੂਰੇ ਦੇਸ਼ ਦੇ ਵਿੱਚ ਇੱਕ ਬਹੁਤ ਵੱਡੇ ਮਿਸਾਲ ਤੌਰ ਤੇ ਦੇਖਿਆ ਜਾ ਰਿਹਾ। ਤੁਹਾਨੂੰ ਕੀ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਉੱਥੇ ਐਕਟਿਵ ਹੋਏ ਹੈ ਔਰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਉਹਨਾਂ ਨੇ ਇੱਕ ਵਾਰੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਇਸਤੀਫਾ ਦੇ ਦਿੱਤਾ ਗਿਆ ਸੀ, ਤਰ੍ਹਾਂ ਦੀ ਅਟਕਲਾਂ ਲਗਾਈ ਜਾ ਰਹੀ ਸੀ, ਉਹ ਰਹਿਣਗੇ ਨਹੀਂ ਰਹਿਣਗੇ, ਕਿੱਦਾਂ ਹੋਏਗਾ, ਉਸ ਨੂੰ ਹੁਣ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਇਹ ਦੇਖੋ, ਉਹ ਤਾਂ ਸਥਿਤੀਆਂ ਸਾਰੀਆਂ ਖਤਮ ਹੋ ਗਈਆਂ ਜੀ। ਉਹ ਤਾਂ ਹਰੀਸ਼ ਚੌਧਰੀ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਮੀਟਿੰਗਾਂ ਹੋਈਆਂ ਜੀ, ਔਰ ਇਹ ਤਾਂ ਗੱਲ ਸਾਫ਼ ਹੈ ਕਿ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਨਾਲ ਖੜੇ ਸੀ। ਦੇਖੋ, ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਲੋਕ ਮੁੱਦਿਆਂ ਤੇ ਸੀ। ਨਵਜੋਤ ਸਿੰਘ ਸਿੱਧੂ ਉਹ ਕਿਰਦਾਰ ਹੈ ਮੌਰਿਆ ਸਾਹਿਬ ਜਿਹੜਾ ਕਿ ਮੁੱਦਿਆਂ ਨਾਲ ਸਮਝੌਤਾ ਨਹੀਂ ਕਰ ਸਕਦਾ। ਉਹਦੇ ਲਈ ਨਵਜੋਤ ਸਿੰਘ ਸਿੱਧੂ ਨੂੰ ਕੁਝ ਵੀ ਛੱਡਣਾ ਪੈ ਜੇ, ਨਵਜੋਤ ਸਿੰਘ ਸਿੱਧੂ ਨੂੰ ਕੁਝ ਵੀ ਛੱਡਣਾ ਪੈ ਜੇ, ਮੁੱਦਿਆਂ ਨਾਲ ਸਮਝੌਤਾ ਨਵਜੋਤ ਸਿੰਘ ਸਿੱਧੂ ਨਹੀਂ ਕਰ ਸਕਦਾ। ਔਰ ਉਹ ਨਵਜੋਤ ਸਿੰਘ ਸਿੱਧੂ ਨੇ ਆਪਣੇ ਚਰਿੱਤਰ 'ਚ ਦਿਖਾਇਆ, ਆਪਣੇ ਕਰੈਕਟਰ 'ਚ ਦਿਖਾਇਆ। ਕਿਹਾ ਸੀ ਵੀ ਮੈਂ ਉੱਥੇ ਜਾਊਂਗਾ ਅਤੇ ਨਵਜੋਤ ਸਿੰਘ ਸਿੱਧੂ ਗਿਆ। ਹਾਲਾਂਕਿ ਜਦੋਂ ਸਹਾਰਨਪੁਰ, ਯਮੁਨਾ ਨਗਰ ਸਹਾਰਨਪੁਰ ਉਹਨਾਂ ਨੂੰ ਰੋਕਿਆ ਗਿਆ, ਉੱਥੇ ਪੁਲਿਸ ਦੇ ਅਫਸਰਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਛੱਡ ਦਿੰਦੇ ਹਾਂ, ਤੁਸੀਂ ਵਾਪਸ ਚਲੇ ਜਾਓ। ਨਵਜੋਤ ਸਿੰਘ ਸਿੱਧੂ ਨੇ ਸਪਸ਼ਟ ਕਹਿਤਾ ਵੀ ਜੇ ਤੁਸੀਂ ਸਾਨੂੰ ਛੱਡੋਗੇ ਤਾਂ ਅਸੀਂ ਫਿਰ ਲਖੀਮਪੁਰ ਹੀ ਜਾਵਾਂਗੇ, ਜਿਸ ਤੋਂ ਬਾਅਦ ਪੁਲਿਸ ਨੂੰ ਮਜਬੂਰ ਹੋਣਾ ਪਿਆ। ਵੱਡੇ ਅਫਸਰਾਂ ਨਾਲ ਗੱਲਬਾਤ ਕੀਤੀ ਗਈ, ਡੀਜੀਪੀ ਪੱਧਰ ਤੱਕ ਉੱਥੇ ਗੱਲ ਹੋਈ, ਸਰਕਾਰੀ ਪੱਧਰ 'ਤੇ ਉੱਤਰ ਪ੍ਰਦੇਸ਼ 'ਚ ਗੱਲ ਹੋਈ, ਔਰ ਫਿਰ ਫੈਸਲਾ ਹੋਇਆ ਕਿ ਸਾਰਿਆਂ ਨੂੰ ਜਾਣ ਦਿੱਤਾ ਜਾਵੇ ਅਤੇ ਨਵਜੋਤ ਸਿੰਘ ਸਿੱਧੂ ਫਿਰ ਆਪਣੇ ਸਾਥੀਆਂ ਦੇ ਨਾਲ ਉੱਥੇ ਗਏ। ਸੋ ਇਸ ਅੰਦੋਲਨ ਦਾ ਕਿਸਾਨਾਂ ਦੇ ਇਨਸਾਫ ਨਾਲ ਸਿੱਧਾ ਸੰਬੰਧ ਹੈ। ਦੇਖੋ, ਕਿਸਾਨ ਇਨਸਾਫ ਦੀ ਲੜਾਈ ਲੜ ਰਹੇ ਨੇ। ਇਸ ਵੇਲੇ ਕਿਸਾਨਾਂ ਨੂੰ ਵੀ ਕਿਤੇ ਨਾ ਕਿਤੇ ਇਸ ਗੱਲ ਦਾ ਦੁੱਖ ਸੀ ਕਿ ਸਾਡੇ ਕਿਸਾਨ ਸ਼ਹੀਦ ਕਰ ਦਿੱਤੇ ਗਏ, ਉਸ ਤੋਂ ਬਾਅਦ ਸਾਡੀ ਗੱਲ ਨਹੀਂ ਸੁਣੀ ਜਾ ਰਹੀ, ਸਾਡੇ ਲੋਕਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ। ਸਮਝੌਤਾ ਜ਼ਰੂਰ ਹੋਇਆ ਮਾਇਕ ਸਹਾਇਤਾ ਦੇ ਨਾਲ, ਪਰ ਅਸਲ ਇਨਸਾਫ ਜਿਨ੍ਹਾਂ ਦੇ ਪਰਿਵਾਰਾਂ ਦੇ ਜੀਅ ਤੁਰ ਗਏ ਉਦੋਂ ਮਿਲੂਗਾ ਜਦੋਂ ਜ਼ਿੰਮੇਦਾਰ ਲੋਕਾਂ ਨੂੰ ਸਜ਼ਾਵਾਂ ਮਿਲਣਗੀਆਂ। ਔਰ ਕਿਸਾਨਾਂ ਨੇ ਵੀ 12 ਤਰੀਕ ਦਾ ਪ੍ਰੋਗਰਾਮ ਰੱਖਿਆ ਹੋਇਆ, 12 ਤੱਕ ਦਾ ਅਲਟੀਮੇਟਮ ਦਿੱਤਾ। ਗੁਰਨਾਮ ਸਿੰਘ ਚਡੂਨੀ ਹੋ ਗਏ, ਰਕੇਸ਼ ਟਕੈਤ ਹੋ ਗਏ, ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਅਸੀਂ 12 ਤਰੀਕ ਤੱਕ ਦੇਖਾਂਗੇ, ਅਗਰ ਮੁਕੰਮਲ ਇਨਸਾਫ ਨਾ ਮਿਲਿਆ ਤਾਂ ਅਸੀਂ ਕੋਈ ਵੱਡਾ ਐਲਾਨ ਕਰਾਂਗੇ। ਕਿਸਾਨ ਵੀ ਫਿਰ ਕੋਈ ਵੱਡਾ ਐਲਾਨ ਕਰ ਸਕਦੇ ਨੇ। ਪਰ ਇੱਥੇ ਦੇਖਣ ਵਾਲੀ ਗੱਲ ਕੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਇਸ ਭੁੱਖ ਹੜਤਾਲ ਦੇ ਨਾਲ ਇੱਕ ਵਾਰੀ ਫਿਰ ਕੌਮੀ ਮੀਡੀਆ ਦੇ ਵਿੱਚ ਇਹ ਮੁੱਦਾ ਸੁਰਖੀਆਂ ਬਣ ਗਿਆ। ਮੀਡੀਆ ਦਾ ਦਬਾਅ ਬੜਾ ਜ਼ਰੂਰੀ ਹੈ। ਹਾਲਾਂਕਿ ਇੱਕ ਹਿੱਸਾ ਸਾਡਾ ਗੋਦੀ ਮੀਡੀਆ ਵਾਲਾ ਉਹ ਕਿਸਾਨਾਂ ਦੇ ਦਰਦ ਨੂੰ ਸਮਝ ਨਹੀਂ ਰਿਹਾ, ਗਲਤ ਤਰੀਕੇ ਨਾਲ ਚੀਜ਼ਾਂ ਦੀ ਪੇਸ਼ਕਾਰੀ ਕਰ ਰਿਹਾ। ਪਰ ਇੱਕ ਦੇਸ਼ ਭਗਤ ਮੀਡੀਆ ਜਿਹੜਾ ਕਿਸਾਨਾਂ ਦੇ ਦਰਦ ਨੂੰ ਸਮਝ ਰਿਹਾ, ਦੇਸ਼ ਦੇ ਲੋਕਤੰਤਰ ਦੀ ਅਹਿਮੀਅਤ ਨੂੰ ਸਮਝਦਾ ਹੈ, ਉਹ ਸਹੀ ਤਸਵੀਰ ਪੇਸ਼ ਕਰ ਰਿਹਾ। ਸੋ ਦੇਸ਼ ਭਗਤ ਮੀਡੀਆ ਦੇ ਜ਼ਰੀਏ ਜਿਹੜੀ ਇਹ ਸਾਰੀ ਆਵਾਜ਼ ਹੈ ਇਹ ਸਰਕਾਰਾਂ ਤੱਕ ਪਹੁੰਚ ਰਹੀ ਹੈ। ਦੇਸ਼ ਦੀਆਂ ਅਦਾਲਤਾਂ ਦੀਆਂ, ਸੁਪਰੀਮ ਕੋਰਟ ਦੀ ਭੂਮਿਕਾ ਮੈਂ ਕਹੂੰਗਾ ਇਸ ਮਾਮਲੇ 'ਚ ਕਿੰਨੀ ਪ੍ਰਸ਼ੰਸਾਯੋਗ ਹੈ। ਸੁਪਰੀਮ ਕੋਰਟ ਨੇ ਖੁਦ ਧਿਆਨ ਲਿਆ, ਸਿਓ ਮੋਟੋ ਕਹਿੰਦੇ ਨੇ ਜਿਹਨੂੰ। ਸੁਪਰੀਮ ਕੋਰਟ ਨੇ ਲਤਾੜ ਵੀ ਪਾਈ ਹੈ ਯੂਪੀ ਦੀ ਸਰਕਾਰ ਨੂੰ, ਔਰ ਜਿਸ ਤੋਂ ਬਾਅਦ ਯੂਪੀ ਦੀ ਸਰਕਾਰ ਨੂੰ ਹੁਣ ਸਮਾਂਬੱਧ ਜਾਂਚ ਕਰਨੀ ਪੈ ਰਹੀ ਹੈ। ਔਰ ਸਮਾਂਬੱਧ ਜਾਂਚ ਦੇ ਵਿੱਚ
ਜ਼ਰੂਰ ਚੰਗੇ ਨਤੀਜੇ ਆਉਣਗੇ। ਮੈਨੂੰ ਇਹ ਲੱਗਦਾ ਅੱਜ 11 ਵਜੇ ਮੰਤਰੀ ਦਾ ਪੁੱਤ ਪੇਸ਼ ਹੋਊਗਾ ਔਰ ਬਹੁਤ ਸੰਭਾਵਨਾ ਹੈ ਕਿ ਪੁਲਿਸ ਉਸ ਨੂੰ ਅੱਜ ਗ੍ਰਿਫਤਾਰ ਹੀ ਕਰ ਲੂਗੀ। ਜਦੋਂ ਪੇਸ਼ ਹੋਣ ਆਊਗਾ ਉਹਨੂੰ ਗ੍ਰਿਫਤਾਰ ਕਰ ਲੂ, ਕਿਉਂਕਿ 302 ਦਾ 120(b) ਦਾ ਸਾਜ਼ਿਸ਼ ਰਚਣ ਦੇ ਇਸ ਤਰੀਕੇ ਦੇ ਇਲਜ਼ਾਮ 'ਚ ਮੰਤਰੀ ਪੁੱਤ ਤੇ ਕੇਸ ਦਰਜ ਹੈ। ਜਦੋਂ ਮੰਤਰੀ ਦੇ ਪੁੱਤ ਤੇ ਕੇਸ ਦਰਜ ਹੈ ਤੇ ਫਿਰ ਇੱਕ ਵਾਰੀ ਉਹਨੂੰ ਗ੍ਰਿਫਤਾਰ ਕਰਕੇ ਜਾਂਚ ਹੋ ਜਾਣੀ ਚਾਹੀਦੀ ਹੈ। ਜੇ ਨਿਰਦੋਸ਼ ਹੋਊਗਾ ਤੇ ਅਦਾਲਤ ਬਰੀ ਕਰ ਦੂਗੀ, ਪਰ ਮੈਨੂੰ ਲੱਗਦਾ ਅੱਜ ਜੇ ਉਹ ਪੇਸ਼ ਹੋਇਆ ਤੇ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਹ ਸਾਰਾ ਦਬਾਅ ਹੈ, ਇਹ ਕਿਸਾਨਾਂ ਦਾ ਵੀ ਦਬਾਅ ਹੈ। ਦੇਖੋ, ਕਿਸਾਨਾਂ ਨੇ ਪੱਛਮੀ ਬੰਗਾਲ 'ਚ ਬੀਜੇਪੀ ਦੀਆਂ ਜੜ੍ਹਾਂ ਹਿਲਾਤੀਆਂ, ਉਸੇ ਤਰ੍ਹਾਂ ਕਿਸਾਨ ਅੰਦੋਲਨ ਨੇ ਉੱਤਰ ਪ੍ਰਦੇਸ਼ 'ਚ ਬੀਜੇਪੀ ਦੀਆਂ ਜੜ੍ਹਾਂ ਹਿਲਾਤੀਆਂ। ਇਸੇ ਕਰਕੇ ਬੀਜੇਪੀ ਹੁਣ ਥੋੜੀ ਜਿਹੀ ਨਰਮ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਇਸ ਇਨਸਾਫ ਦੀ ਲੜਾਈ ਤੋਂ ਬਾਅਦ ਜ਼ਰੂਰ ਕੇਂਦਰ ਸਰਕਾਰ ਸੋਚੇਗੀ ਕਿ ਅਸੀਂ 3 ਖੇਤੀ ਕਾਨੂੰਨਾਂ ਤੇ ਕਿਸਾਨਾਂ ਨਾਲ ਮਿਲ ਕੇ ਕੁਝ ਸਹਿਮਤੀ ਬਣਾਈਏ, ਕਿਉਂਕਿ ਜਿਵੇਂ ਜਿਵੇਂ ਖੇਤੀ ਅੰਦੋਲਨ ਅੱਗੇ ਵਧੂਗਾ, ਬੀਜੇਪੀ ਅਗਰ ਅੜੀ ਰਹੀ ਕਿ ਅਸੀਂ ਕਾਨੂੰਨ ਰੱਦ ਨਹੀਂ ਕਰਨੇ, ਕਿਸਾਨ ਅੰਦੋਲਨ ਤੇ ਅੜੇ ਰਹੇ, ਤੇ ਫਿਰ ਉੱਤਰ ਪ੍ਰਦੇਸ਼ ਦੀਆਂ ਚੋਣਾਂ 'ਚ ਬੀਜੇਪੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਕਿਉਂਕਿ ਪ੍ਰਿੰਕਾ ਗਾਂਧੀ ਨੇ ਸਿਆਸੀ ਝਾੜੂ ਚੱਕ ਲਿਆ। ਜਦੋਂ ਪ੍ਰਿੰਕਾ ਗਾਂਧੀ ਨੂੰ ਹਿਰਾਸਤ 'ਚ ਲਿਆ ਗਿਆ ਸੀ ਉਹਨੇ ਸਿਆਸੀ ਝਾੜੂ ਫੇਰ ਵੀ ਦਿੱਤਾ ਔਰ ਇਸ ਕਰਕੇ ਕਾਂਗਰਸ ਜਿਹੜੀ ਜ਼ਮੀਨ ਗਵਾ ਚੁੱਕੀ ਸੀ ਉੱਤਰ ਪ੍ਰਦੇਸ਼ 'ਚ, ਕਿਸਾਨਾਂ ਦੇ ਇਸ ਅੰਦੋਲਨ ਤੋਂ ਬਾਅਦ, ਬੀਜੇਪੀ ਦੀ ਨਾਕਾਮਯਾਬੀ ਤੋਂ ਬਾਅਦ ਕਾਂਗਰਸ ਨੂੰ ਵੀ ਇੱਕ ਮੌਕਾ ਮਿਲਿਆ ਵਿਰੋਧੀ ਧਿਰ ਦੀ ਭੂਮਿਕਾ ਦੇ ਰੂਪ 'ਚ ਆਪਣਾ ਅਸਰ ਦਿਖਾਉਣ ਦਾ ਔਰ ਜਿਹਦੀ ਹਮਦਰਦੀ ਪ੍ਰਿੰਕਾ ਗਾਂਧੀ ਨੂੰ ਵੀ ਮਿਲੀ। ਦੇਖੋ, ਕਿਸਾਨਾਂ ਨਾਲ ਤਾਂ ਐਡਾ ਧੱਕਾ ਹੋਇਆ ਹੀ ਹੈ, ਕਿਸਾਨ ਸ਼ਹੀਦ ਕਰਤੇ, ਸਾਡੇ ਇਨਸਾਫ ਨਹੀਂ ਮਿਲ ਰਿਹਾ। ਪ੍ਰਿੰਕਾ ਗਾਂਧੀ ਤਾਂ ਇਨਸਾਫ ਦੀ ਆਵਾਜ਼ ਬੁਲੰਦ ਕਰਨ ਗਈ ਸੀ, ਉਹਨੂੰ ਵੀ ਜਾਂਦੀ ਨੂੰ ਗ੍ਰਿਫਤਾਰ ਕਰ ਲਿਆ, ਉਹਨੂੰ ਪੁਲਿਸ ਹਿਰਾਸਤ 'ਚ ਰੱਖਿਆ, ਗੈਰ ਕਾਨੂੰਨੀ ਹਿਰਾਸਤ ਕਿਹਾ ਜਾ ਰਿਹਾ, ਬਾਅਦ 'ਚ ਉੱਤੇ ਕੇਸ ਵੀ ਦਰਜ ਕੀਤਾ ਔਰ ਫਿਰ ਪ੍ਰਿੰਕਾ ਗਾਂਧੀ ਅੜੀ ਰਹੀ ਕਿ ਅਸੀਂ ਮਿਲ ਕੇ ਹੀ ਜਾਵਾਂਗੇ। ਫਿਰ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਮਿਲੇ, ਚਰਨਜੀਤ ਚੰਨੀ ਪੰਜਾਬ ਵਾਲੇ ਮੁੱਖ ਮੰਤਰੀ ਬਣੇ, ਮਿਲੇ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਮਿਲੇ, ਜਿਸ ਤੋਂ ਬਾਅਦ ਮੌਰਿਆ ਸਾਹਿਬ ਇਹ ਅਸਰ ਗਿਆ ਜੀ ਕਿ ਕਾਂਗਰਸ ਵੀ ਉੱਥੇ ਤਕੜੀ ਹੋ ਰਹੀ ਹੈ ਔਰ ਕਿਸਾਨ ਸਪਸ਼ਟ ਇਸ ਰਾਏ 'ਚ ਨੇ ਕਿ ਅਸੀਂ ਬੀਜੇਪੀ ਦੀ ਜੜ ਹਿਲਾਉਣੀ ਹੈ ਅਗਰ ਬੀਜੇਪੀ ਸਾਡੀ ਮੰਗ ਨਹੀਂ ਮੰਨਦੀ। ਸੋ ਕਿਸੇ ਨਾ ਕਿਸੇ ਨੇ ਤਾਂ ਉਹ ਥਾਂ ਮਲਕਣੀ ਹੈ। ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਵੀ ਆਪਣੇ ਪੱਧਰ ਤੇ ਜ਼ੋਰ ਲਾ ਰਹੇ ਨੇ, ਪੰਜਾਬ ਦੇ ਅਕਾਲੀ ਵੀ ਜਾ ਕੇ ਆਏ ਨੇ, ਬਿਕਰਮ ਮਜੀਠੀਆ ਕੱਲ੍ਹ ਗਿਆ, ਮਾफ़ ਕਰਨਾ ਹਰਸਿਮਰਤ ਬਾਦਲ ਕੱਲ੍ਹ ਗਏ, ਪ੍ਰੇਮ ਸਿੰਘ ਚੰਦੂ ਮਾਜਰਾ ਕੱਲ੍ਹ ਉੱਥੇ ਗਏ, ਅਕਾਲੀ ਦਲ ਦਾ ਪ੍ਰਤੀਨਿਧੀ ਮੰਡਲ ਗਿਆ, ਕਿਸਾਨਾਂ ਨੂੰ ਮਿਲਿਆ, ਉਹਨਾਂ ਦੇ ਪਰਿਵਾਰਾਂ ਦਾ ਦੁੱਖ ਵੰਡਾਇਆ। ਆਮ ਆਦਮੀ ਪਾਰਟੀ ਦਾ ਪ੍ਰਤੀਨਿਧੀ ਮੰਡਲ ਪਰਸੋਂ ਗਿਆ ਸੀ ਮੌਰਿਆ ਸਾਹਿਬ, ਰਾਘਵ ਚੱਡਾ ਗਏ, ਹਰਪਾਲ ਚੀਮਾ ਗਏ ਔਰ ਹੋਰ ਵੀ ਇਹਨਾਂ ਦੇ ਲੀਡਰ ਕਈ ਮੈਂ ਦੇਖੇ, ਕੁਲਤਾਰ ਸੰਧਵਾਂ ਗਏ। ਇਹ ਸਾਰੇ ਲੀਡਰਾਂ ਨੂੰ ਪਹਿਲਾਂ ਪਾਰ ਜਾਣ ਨਹੀਂ ਦਿੱਤਾ ਗਿਆ, ਫਿਰ ਸੰਜੇ ਸਿੰਘ ਉੱਤਰ ਪ੍ਰਦੇਸ਼ ਵਾਲੇ ਨੂੰ, ਉਹਨਾਂ ਨੂੰ ਵੀ ਬਾਅਦ 'ਚ ਜਾਣ ਦਾ ਮੌਕਾ ਦਿੱਤਾ ਗਿਆ। ਸੋ ਆਪ ਵਾਲੇ ਵੀ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਹੇ ਨੇ, ਪਰ ਵਿਰੋਧੀ ਧਿਰ ਦੀ ਭੂਮਿਕਾ ਵਜੋਂ ਕਾਂਗਰਸ ਬਾਜ਼ੀ ਮਾਰ ਗਈ। ਨਵਜੋਤ ਸਿੰਘ ਸਿੱਧੂ ਅੱਗੇ ਹੈ, ਪ੍ਰਿੰਕਾ ਗਾਂਧੀ, ਰਾਹੁਲ ਗਾਂਧੀ, ਇਹਨਾਂ ਨੇ ਇੱਕ ਪੂਰਾ ਜਿਹੜਾ ਦਬਾਅ ਪਾਇਆ ਸਰਕਾਰ ਤੇ, ਜਿਹਦੇ ਨਾਲ ਇਨਸਾਫ ਵਾਲੇ ਪਾਸੇ ਗੱਲ ਤੁਰੀ ਹੈ ਤੇ ਆਸ ਹੈ ਕਿ ਅੱਜ ਇਨਸਾਫ ਮਿਲਦਾ ਨਜ਼ਰ ਆਊਗਾ ਮੌਰਿਆ ਸਾਹਿਬ ਜੀ। ਆਪਾਂ ਅਕਾਲੀ ਦਲ ਦੇ ਜਿਹੜੇ ਸੀਨੀਅਰ ਲੀਡਰ ਨੇ ਹਰਸਿਮਰਤ ਕੌਰ ਬਾਦਲ ਔਰ ਬਿਕਰਮ ਮਜੀਠੀਆ ਦੀ ਆਪਾਂ ਬਾਈਟ ਵੀ ਸੁਣ ਲਈ ਡੱਲਾ ਸਾਹਿਬ। ਅਮਨ ਸ਼ਾਂਤੀ, ਭਾਈਚਾਰਕ ਸਾਂਝ ਤੇ ਹਰ ਬੱਚੇ ਨੂੰ ਆਪਣਾ ਬੱਚਾ ਸਮਝ ਕੇ ਇਸ ਮਾਤਾ ਦੀ ਪੀੜ, ਇਸ ਪਰਿਵਾਰ ਦੀ ਪੀੜ ਨੂੰ ਮਹਿਸੂਸ ਕਰੋ ਤੇ ਇਨਸਾਫ ਦੇ ਕੇ, ਤੁਸੀਂ ਇਹਨਾਂ ਦਾ ਪੁੱਤ ਕਦੇ ਨਹੀਂ ਮੋੜ ਸਕਦੇ, ਲੇਕਿਨ ਇਨਸਾਫ ਦੇ ਕੇ ਉਸ ਦਰਦ ਨੂੰ ਮਲਮ ਲਗਾਉਣ ਦਾ ਤਾਂ ਤੁਸੀਂ ਕੰਮ ਕਰ ਸਕਦੇ ਹੋ ਕਿ ਸਰਕਾਰਾਂ ਦੇ ਮੰਤਰੀਆਂ ਦੇ ਪੁੱਤਾਂ ਤੇ ਮੰਤਰੀਆਂ ਵਾਸਤੇ ਕੀ ਕਾਨੂੰਨ ਅੱਡ ਹੈਗਾ, ਕਿ ਉਹਨਾਂ ਦੇ ਮਾਵਾਂ ਦੇ ਪੁੱਤ ਤੇ ਇਹ ਮਾਂ ਦੀ ਪੁੱਤ, ਉਹਨਾਂ ਦਾ ਪਿਆਰ, ਉਹਨਾਂ ਦਾ ਖੂਨ, ਉਹਨਾਂ ਦਾ ਲਾਡਲਾ ਅੱਡ ਹੁੰਦੇ ਨੇ। ਮੈਂ ਉਮੀਦ ਕਰਦੀ ਹਾਂ ਕਿ ਸਰਕਾਰ ਇਸ ਗੱਲ ਨੂੰ ਸਮਝੂਗੀ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਕਾਰਵਾਈ ਕਰਕੇ ਇਨਸਾਫ ਦਿਲਵਾਉਗੀ। ਦੇਖੋ, ਮੇਰੇ ਕਹੇ ਨਾਲ ਕੋਈ ਫਰਕ ਪੈ ਜਾਣਾ, ਸਭ ਨੂੰ ਦਿਖ ਰਿਹਾ ਕਿ ਕਿਸਾਨ ਇੱਕ ਪਾਸੇ ਨੇ ਔਰ ਸਰਕਾਰਾਂ ਦੂਜੇ ਪਾਸੇ। ਔਰ ਦੇਖੋ, ਵੱਡੀ ਗੱਲ ਹੈ, ਸਰ ਨਛੱਤਰ ਸਿੰਘ ਨੇ, ਜਿਨ੍ਹਾਂ ਦਾ ਲੜਕਾ ਬਾਰਡਰ ਤੇ ਤੈਨਾਤ ਹੈ, ਸੀਮਾ ਸੁਰੱਖਿਆ ਬਲ ਦਾ ਉਹ ਸਿਪਾਹੀ ਆ, ਦੇਸ਼ ਦੀ ਹਿਫਾਜ਼ਤ ਕਰ ਰਹੇ। ਕਈ ਕਿਸਾਨ ਭਰਾਵਾਂ ਦੇ ਇੱਥੇ ਵੀ ਨਿਆਣੇ ਕਿਸੇ ਨਾ ਕਿਸੇ BSF ਜਾਂ CRPF 'ਚ ਦੇਸ਼ ਦੀ ਰਖਵਾਲੀ ਕਰ ਰਹੇ। ਸਤਿਕਾਰ ਤਾਂ ਅੰਨਦਾਤਾ ਦਾ ਵੀ ਹੋਣਾ ਚਾਹੀਦਾ, ਫੇਰ ਹੀ ਜੈ ਜਵਾਨ ਜੈ ਕਿਸਾਨ ਦਾ ਮੈਂ ਸਮਝਦਾ ਫਰਜ਼ ਦੀ ਅਦਾਇਗੀ ਹੋ ਰਹੀ ਹੈ, ਨਹੀਂ ਤਾਂ ਇਹ ਬਹੁਤ ਬੇਇਨਸਾਫੀ। ਮੀਡੀਆ ਸਾਹਿਬ, ਜਿਹੜਾ ਤੁਸੀਂ ਅੱਜ ਮਿਲਣ ਆਏ ਸੀ ਪਰਿਵਾਰ ਨੂੰ, ਕੀ ਭਰੋਸਾ ਦਿੱਤਾ ਹੈ ਪਰਿਵਾਰ ਨੂੰ? ਖਾਸ ਕਰਕੇ ਫਤਿਹ ਜੀ। ਦੇਖੋ, ਅਸੀਂ ਪਰਿਵਾਰ ਦੇ ਨਾਲ ਖਲੋਤੇ ਹਾਂ ਜੀ, ਗੁਰੂ ਬਖਸ਼ਿਸ਼ ਕਰੇ, ਉਹਨਾਂ ਨੂੰ ਇਨਸਾਫ ਮਿਲੇ, ਬੱਚੇ ਨੂੰ ਗੁਰੂ ਸਾਹਿਬ ਆਪਣੇ ਚਰਨਾ ਕਮਲਾਂ 'ਚ ਨਿਵਾਸ ਬਖਸ਼ਣ। ਔਰ ਇਹ ਬਹੁਤ ਕਿਸੇ ਮਾਂ ਤੋਂ ਇਹ ਦੁੱਖ, ਭੈਣ ਤੋਂ, ਬਾਪ ਤੋਂ 18 ਸਾਲ ਦਾ ਬੱਚਾ ਲਖਤੇ ਜਿਗਰ ਚਲੇ ਜਾਵੇ, ਭਾਈ ਸਾਹਿਬ ਇਹ ਲਫ਼ਜ਼ਾਂ ਨਾਲ ਬਿਆਨ ਨਹੀਂ ਕੀਤਾ ਜੀ। ਡੱਲਾ ਸਾਹਿਬ,
ਹੁਣ ਦੇਖਣ 'ਚ ਇਹ ਆ ਰਿਹਾ ਹੈ ਕਿ ਵਰੁਣ ਗਾਂਧੀ ਔਰ ਮੇਨਕਾ ਗਾਂਧੀ ਨੇ, ਖਾਸ ਤੌਰ ਤੇ ਆਪਾਂ ਜੇ ਗੱਲ ਕਰੀਏ ਵਰੁਣ ਗਾਂਧੀ ਨੇ ਕੁਝ ਐਸੇ ਟਵਿੱਟਰ ਤੇ ਆਪਣੇ ਲਿਖਿਆ ਸੀਗਾ ਜਿਹਦੇ ਕਰਕੇ ਲੱਗਦਾ ਕਿ ਬੀਜੇਪੀ ਨਾਰਾਜ਼ ਹੋ ਗਈ ਹੈ ਔਰ ਉਹਨਾਂ ਨੂੰ ਹੁਣ ਜਿਹੜੀ ਬੀਜੇਪੀ ਦੀ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਹੈ ਉਹਦੇ ਤੋਂ ਵਰੁਣ ਗਾਂਧੀ ਔਰ ਉਹਨਾਂ ਦੀ ਮਾਤਾ ਜਿਹੜੀ ਮੇਨਕਾ ਗਾਂਧੀ ਨੇ, ਉਹ ਵੀ ਐਮਪੀ ਨੇ, ਉਹਨਾਂ ਨੂੰ ਵੀ ਦੋਨਾਂ ਨੂੰ ਕਮੇਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਤੁਸੀਂ ਕੀ ਸਮਝਦੇ ਹੋ ਕਿ ਇਹ ਕਿਉਂ ਕੀਤਾ ਗਿਆ ਔਰ ਉਹਨਾਂ ਦਾ ਅੱਗੇ ਦਾ ਭਵਿੱਖ ਕੀ ਨਜ਼ਰ ਆ ਰਿਹਾ ਤੁਹਾਨੂੰ? ਦੇਖੋ, ਮੈਨੂੰ ਇਹ ਲੱਗਦਾ ਕਿ ਬੀਜੇਪੀ ਦੀ ਕੌਮੀ ਕਾਰਜਕਾਰਨੀ ਦੇ ਵਿੱਚ ਇਹਨਾਂ ਦੋਹਾਂ ਨੂੰ ਥਾਂ ਨਾ ਦੇ ਕੇ ਕਿਤੇ ਨਾ ਕਿਤੇ ਅਟਲ ਬਿਹਾਰੀ ਵਾਜਪਾਈ ਦੇ ਸਮੇਂ 'ਚ, ਲਾਲ ਕ੍ਰਿਸ਼ਨ ਅਡਵਾਨੀ ਦੇ ਸਮੇਂ 'ਚ ਜਾਂ ਰਾਜਨਾਥ ਸਿੰਘ ਦੇ ਸਮੇਂ 'ਚ, ਪਿਛਲੇ ਸਮੇਂ 'ਚ ਇਹ ਯਤਨ ਕੀਤਾ ਗਿਆ ਸੀ ਕਿ ਅਗਰ ਕਾਂਗਰਸ ਦੇ ਵਿੱਚ ਗਾਂਧੀ ਪਰਿਵਾਰ ਹੈ, ਪ੍ਰਿੰਕਾ ਗਾਂਧੀ, ਸੋਨੀਆ ਗਾਂਧੀ, ਰਾਹੁਲ ਗਾਂਧੀ, ਤੇ ਸਾਡੇ ਕੋਲੇ ਵੀ ਗਾਂਧੀ ਪਰਿਵਾਰ ਦਾ ਇੱਕ ਲੀਡਰ ਹੈ ਵਰੁਣ ਗਾਂਧੀ, ਮੇਨਕਾ ਗਾਂਧੀ ਦੇ ਰੂਪ 'ਚ, ਕਿਉਂਕਿ ਵਰੁਣ ਗਾਂਧੀ ਦੇ ਪਿਤਾ ਜੀ ਸੀ ਸੰਜੇ ਗਾਂਧੀ, ਮੇਨਕਾ ਗਾਂਧੀ ਦੇ ਪਤੀ ਸੰਜੇ ਗਾਂਧੀ। ਹੁਣ ਜਦੋਂ ਉਹ ਸਥਿਤੀਆਂ ਆ ਗਈਆਂ, ਜਦੋਂ ਵਰੁਣ ਗਾਂਧੀ ਦੀ ਸੁਣਵਾਈ ਨਹੀਂ ਹੋ ਰਹੀ ਬੀਜੇਪੀ 'ਚ, ਵਰੁਣ ਗਾਂਧੀ 4-5 ਸਾਲ ਤੋਂ ਸੰਘਰਸ਼ ਕਰ ਰਹੇ ਨੇ, ਉਹਨਾਂ ਨੂੰ ਲੱਗਦਾ ਸੀ ਕਿ ਅਗਰ ਉਹਨਾਂ ਦੀ ਮਾਤਾ ਨੂੰ ਮੰਤਰੀ ਮੰਡਲ 'ਚ ਨਹੀਂ ਲਿਆ ਗਿਆ, ਮੇਨਕਾ ਗਾਂਧੀ ਨੂੰ, ਤੇ ਸ਼ਾਇਦ ਵਰੁਣ ਗਾਂਧੀ ਨੂੰ ਲੈ ਲਿਆ ਜਾਏਗਾ। ਔਰ ਵਰੁਣ ਗਾਂਧੀ ਨੂੰ ਬੀਜੇਪੀ ਦਾ ਇੱਕ ਨੌਜਵਾਨ ਨਵੇਂ ਚਿਹਰੇ ਦੇ ਤੌਰ ਤੇ ਦੇਖਿਆ ਜਾਂਦਾ ਸੀ। ਜਦੋਂ ਜੋਗੀ ਵਾਲੇ ਰੰਗ ਦੇ ਭਗਵੇ ਕੱਪੜੇ ਪਾ ਕੇ ਵੀ ਵਰੁਣ ਗਾਂਧੀ ਕਈ ਵਾਰੀ ਪ੍ਰਚਾਰ ਕਰਦੇ ਰਹੇ ਨੇ ਬੀਜੇਪੀ ਦੇ ਲਈ। ਪਰ ਹੁਣ ਦੇਖੋ, ਵਰੁਣ ਗਾਂਧੀ ਗੱਲ ਤਾਂ ਸੱਚੀ ਕਰ ਰਿਹਾ ਵੀ ਸਾਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਵਰੁਣ ਗਾਂਧੀ ਨੇ ਗੱਲ ਤਾਂ ਗਲਤ ਕੀਤੀ ਨਹੀਂ, ਪਰ ਕਿਉਂਕਿ ਬੀਜੇਪੀ ਦੇ ਲੀਡਰ ਕਿਸਾਨ ਅੰਦੋਲਨ ਨੂੰ ਮਾਨਤਾ ਨਹੀਂ ਦਿੰਦੇ, ਵਰੁਣ ਗਾਂਧੀ ਕਿਸਾਨ ਅੰਦੋਲਨ ਨੂੰ ਮਾਨਤਾ ਦੇ ਰਿਹਾ। ਬਸ ਆਹੀ ਫਰਕ ਹੈ ਜਿਹਦੇ ਕਰਕੇ ਨਾ ਸਿਰਫ ਵਰੁਣ ਗਾਂਧੀ ਬਲਕਿ ਮੇਨਕਾ ਗਾਂਧੀ ਨੂੰ ਵੀ ਕੌਮੀ ਕਾਰਜਕਾਰਨੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਬੀਜੇਪੀ ਦੀ। ਔਰ ਮੈਨੂੰ ਇਹ ਲੱਗਦਾ ਕਿ ਮੈਂਬਰ ਪਾਰਲੀਮੈਂਟ ਤਾਂ ਹੈਗੇ ਨੇ ਵਰੁਣ ਗਾਂਧੀ ਮੌਰਿਆ ਜੀ, ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ, ਕਿਉਂਕਿ ਭਰਾ ਹੀ ਹੈ ਪ੍ਰਿੰਕਾ ਗਾਂਧੀ ਦਾ ਵਰੁਣ ਗਾਂਧੀ ਵੀ, ਮੈਨੂੰ ਇਹ ਲੱਗਦਾ ਕਿ ਉਹ ਵੇਲਾ ਆ ਗਿਆ ਜਦੋਂ ਉਹ ਪਰਿਵਾਰ ਜਿਹਦੇ 'ਚ ਸੋਨੀਆ ਗਾਂਧੀ, ਮੇਨਕਾ ਗਾਂਧੀ ਜਾਂ ਆਪਸ 'ਚ ਕਿਤੇ ਨਾ ਕਿਤੇ ਕੋਈ ਦੂਰੀਆਂ ਸੀ, ਸਿਆਸੀ ਦੂਰੀਆਂ ਸੀ, ਮੈਨੂੰ ਇਹ ਲੱਗਦਾ ਕਿ ਉਹ ਵੇਲਾ ਆ ਗਿਆ ਜਦੋਂ ਪ੍ਰਿੰਕਾ ਗਾਂਧੀ ਆਪਣੀ ਸੂਝ-ਬੂਝ ਦੇ ਨਾਲ ਵਰੁਣ ਗਾਂਧੀ ਨੂੰ ਜਾਂ ਮੇਨਕਾ ਗਾਂਧੀ ਨੂੰ ਆਪਸ 'ਚ ਇਕੱਠੇ ਕਰਨ 'ਚ ਭੂਮਿਕਾ ਅਦਾ ਪਾਊਗੀ। ਹੋ ਸਕਦਾ ਹੈ ਕਿ ਸਾਨੂੰ ਆਉਂਦੇ ਦਿਨਾਂ 'ਚ ਨਜ਼ਰ ਆਵੇ ਕਿ ਸੋਨੀਆ ਗਾਂਧੀ ਔਰ ਮੇਨਕਾ ਗਾਂਧੀ ਇਕੱਠੇ ਬੈਠੇ ਦਿਖਣੇ, ਹੋ ਸਕਦਾ ਹੈ, ਮੈਨੂੰ ਸੰਭਾਵਨਾ ਲੱਗਦੀ ਹੈ, ਹੋ ਸਕਦਾ ਹੈ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਇਕੱਠੇ ਹੋ ਕੇ ਵਰੁਣ ਗਾਂਧੀ ਨੂੰ ਲੈ ਕੇ ਆਉਣ। ਇਹ ਵੀ ਹੋ ਸਕਦਾ ਹੈ ਕਿ ਸਾਨੂੰ ਰਾਹੁਲ ਗਾਂਧੀ ਤੇ ਵਰੁਣ ਗਾਂਧੀ ਦੀ ਜੱਫੀ ਨਜ਼ਰ ਆਵੇ ਆਉਂਦੇ ਦਿਨਾਂ ਦੇ ਵਿੱਚ, ਫਿਰ ਉਸ ਜੱਫੀ ਦਾ ਵੀ ਬਹੁਤ ਨੁਕਸਾਨ ਲੱਗਣਾ ਬੀਜੇਪੀ ਨੂੰ। ਸੋ ਮੈਨੂੰ ਇਹ ਲੱਗਦਾ ਹੈ ਕਿ ਵਰੁਣ ਗਾਂਧੀ ਅਗਰ ਕਾਂਗਰਸ 'ਚ ਆ ਜਾਂਦੇ ਨੇ ਤੇ ਉੱਤਰ ਪ੍ਰਦੇਸ਼ 'ਚ ਕਾਂਗਰਸ ਇੱਕ ਵਾਰੀ ਫਿਰ ਬੀਜੇਪੀ ਨੂੰ ਸਿਆਸੀ ਤੌਰ ਤੇ ਮੁਕਾਬਲਾ ਦੇਣ 'ਚ ਕਾਮਯਾਬ ਹੋਊਗੀ। ਵਰੁਣ ਗਾਂਧੀ ਦਾ ਵੀ ਆਧਾਰ ਹੈ ਬੀਜੇਪੀ 'ਚ, ਬਹੁਤ ਲੰਮਾ ਸਮਾਂ ਹੋ ਗਿਆ ਵਰੁਣ ਗਾਂਧੀ ਨੂੰ। ਇਹ ਹਾਲਾਤ ਬਣ ਸਕਦੇ ਨੇ ਕਿਉਂਕਿ ਸਿਆਸਤ 'ਚ ਕੁਝ ਵੀ ਹੋ ਸਕਦਾ। ਦੇਖੋ, ਕਾਂਗਰਸ ਕੈਪਟਨ ਕਹੀ ਜਾਂਦਾ ਹੁਣ ਮੈਂ ਕਾਂਗਰਸੀ ਨਹੀਂ, ਸੋ ਕੈਪਟਨ ਨੂੰ ਕਾਂਗਰਸ ਨੇ ਕਿੰਨਾ ਕੁਝ ਦਿੱਤਾ। ਸੋ ਪਾਰਟੀਆਂ ਵੱਡੀਆਂ ਹੁੰਦੀਆਂ ਨੇ, ਅਗਰ ਵਰੁਣ ਗਾਂਧੀ ਔਰ ਮੇਨਕਾ ਗਾਂਧੀ ਕਾਂਗਰਸ 'ਚ ਆ ਜਾਣ ਤੇ ਉੱਤਰ ਪ੍ਰਦੇਸ਼ 'ਚ 2 ਵੱਡੇ ਚਿਹਰੇ ਕਾਂਗਰਸ ਨਾਲ ਹੋਰ ਰਲ ਜਾਣਗੇ, ਜਿਹਦੇ ਨਾਲ ਬੀਜੇਪੀ ਨੂੰ ਕਾਫੀ ਨੁਕਸਾਨ ਜਿਹੜਾ ਆਉਂਦੇ ਦਿਨਾਂ 'ਚ ਹੋ ਸਕਦਾ ਹੈ। ਸੋ ਦੋਨਾਂ ਨੂੰ ਕੌਮੀ ਕਾਰਜਕਾਰਨੀ 'ਚੋਂ ਬਾਹਰ ਕੀਤਾ ਗਿਆ। ਪੰਜਾਬ 'ਚ ਹਰਜੀਤ ਗਰੇਵਾਲ ਨੂੰ ਕੌਮੀ ਕਾਰਜਕਾਰਨੀ 'ਚ ਥਾਂ ਮਿਲ ਗਈ। ਹਰਜੀਤ ਗਰੇਵਾਲ ਦਾ ਜਿਹੜਾ ਬੀਜੇਪੀ 'ਚ ਸਿਆਸੀ ਕੱਦ ਹੈ ਉਹ ਵੱਧ ਰਿਹਾ ਔਰ ਕਾਫੀ ਲੰਮੇ ਸਮੇਂ ਤੋਂ ਹਰਜੀਤ ਗਰੇਵਾਲ ਬੀਜੇਪੀ 'ਚ ਸਰਗਰਮ ਵੀ ਨੇ। ਸੋ ਪੰਜਾਬ 'ਚ ਕਿਉਂਕਿ ਉਹਨਾਂ ਨੇ ਬੀਜੇਪੀ ਦੀ ਪਾਰਟੀ ਲਾਈਨ 'ਤੇ ਗੱਲ ਕੀਤੀ ਹੈ, ਕਿਸਾਨ ਅੰਦੋਲਨ 'ਚ ਉਹਨਾਂ ਨੇ ਬੀਜੇਪੀ ਦਾ ਆਪਣੇ ਵੱਲੋਂ ਪੱਖ ਰੱਖਿਆ, ਬੀਜੇਪੀ ਵੱਲੋਂ ਪੱਖ ਰੱਖਿਆ, ਜਿਹਦੇ ਕਰਕੇ ਬੀਜੇਪੀ ਨੇ ਮਾਨ ਸਤਿਕਾਰ ਹਰਜੀਤ ਗਰੇਵਾਲ ਨੂੰ ਦਿੱਤਾ ਹੈ। ਭਾਵੇਂ ਹਰਜੀਤ ਗਰੇਵਾਲ ਦਾ ਕਹਿੰਦੇ ਝੋਨਾ ਨਹੀਂ ਉੱਥੇ ਬੀਜਣ ਦਿੱਤਾ ਗਿਆ, ਪਰ ਬੀਜੇਪੀ ਨੇ ਕੌਮੀ ਕਾਰਜਕਾਰਨੀ 'ਚ ਹਰਜੀਤ ਗਰੇਵਾਲ ਨੂੰ ਲਿਆਂਦਾ ਹੈ। ਸੋ ਗੱਲ ਸਹੀ ਹੈ ਡੱਲਾ ਸਾਹਿਬ ਦੀ ਕਿ ਰਾਜਨੀਤੀ 'ਚ ਕੋਈ ਦੁਸ਼ਮਣ ਨਹੀਂ ਹੁੰਦਾ ਤੇ ਨਾ ਕੋਈ ਦੋਸਤ ਹੁੰਦਾ। ਸਮੇਂ-ਸਮੇਂ ਤੇ ਹਰ ਚੀਜ਼ ਦੀ ਇੱਕ ਡਿਮਾਂਡ ਹੁੰਦੀ, ਜਿਹਦੇ ਕਰਕੇ ਇੱਕ ਦੂਜੇ ਵੱਲ ਲੋਕੀ ਆ ਜਾਂਦੇ ਔਰ ਆਪਣਾ ਸਿਆਸੀ ਫਾਇਦਾ ਨੁਕਸਾਨ ਸਮਝ ਕੇ ਕੰਮ ਕਰਦੇ ਆ। ਤੋ ਡੱਲਾ ਸਾਹਿਬ, ਖਬਰ ਪੜਤਾਲ ਦੇ ਵਿੱਚ ਅੱਜ ਇੰਨਾ ਹੀ। ਡੱਲਾ ਸਾਹਿਬ, ਤੁਹਾਡਾ ਤਾਂ ਪਹਿਲਾਂ ਬਹੁਤ-ਬਹੁਤ ਧੰਨਵਾਦ। ਕੱਲ੍ਹ ਅਸੀਂ ਫਿਰ ਨਵੀਂ ਖਬਰਾਂ 'ਤੇ ਚਰਚਾ ਕरें, तब तक ਲਈ ਸਾਨੂੰ ਇਜਾਜ਼ਤ ਦਿਓ। ਧੰਨਵਾਦ, बहुत धन्यवाद। जरूरत इस बात की है कि आज की राजनीति में शुद्ध लोग जाने चाहिए, आज की राजनीति में समाज सेवी लोग जाने चाहिए। राजा जनता के लिए होता है, ना कि जनता राजा के लिए होती है। कोई नेता जनता का बॉस नहीं होता, जनता को मारने के लिए नहीं होता, जनता को बचाने के लिए होता है। तो जो यूपी के अंदर कांड हुआ है अति दुर्भाग्यपूर्ण है और हम तो ये कहते हैं कि इस देश की राजनीति को बदलने की जरूरत है, व्यवस्था को बदलने की जरूरत है।